ਤੁਹਾਡੇ ਕੋਲ ਕੋਈ ਮਾਡਲ ਹੈ ਟਾਂਡੇ ਦੇ ਵਿਕਾਸ ਦੇ? मॉडल बहुत कुछ है, बंदा कराने वाला होना चाहिए। ਟਾਂਡੇ ਹਲਕੇ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾ ਰਿਹਾ ਹੈ। ਤਕਰੀਬਨ ਲੰਬੇ ਸਮੇਂ ਤੋਂ ਜਿਹੜੀ ਕਾਂਗਰਸ ਦਾ ਇੱਥੇ ਰਾਜ ਚੱਲ ਰਿਹਾ, ਕੀ ਇਸ ਵਾਰ ਤੁਸੀਂ ਉਹਨਾਂ ਦਾ ਕਿਲ੍ਹਾ ਤਿਆਗ ਪਾਓਗੇ? बहुत वधिया क्वेश्चन किया तुसी कि पिछले 15 साल तो ਜੀ ਸਿੰਘ ਜੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਕਾਫੀ ਸਮਾਂ ਕੰਮ ਕੀਤਾ। ਕੀ ਵਜ੍ਹਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦੀ? श्रोमणी अकाली दल दा ਤਕਰੀਬਨ ਕਿਸਾਨੀ ਅੰਦੋਲਨ 1.5 ਸਾਲ ਤੱਕ ਚੱਲਿਆ, ਜਿਹਦੇ ਵਿੱਚ 700 ਤੋਂ ਉੱਤੇ ਜਿਹੜੇ ਕਿਸਾਨ ਆ ਉਹ ਸ਼ਹੀਦ ਹੋਏ। ਤੁਹਾਡਾ ਕੀ ਸਟੈਂਡ ਹੈ ਇਸ ਅੰਦੋਲਨ ਨੂੰ ਲੈ ਕੇ? कि ये जिहड़े कानून ने बिल ना पास करियो, नहीं तो बहुत प्रॉब्लम खड़ी हो जाएगी। पंजाबियों ने कभी बर्दाश्त नहीं करना इसनूं। तो वड्डी गल है, एक पीएन भर्ती करना होंदा ना तो ओदी मैट्रिक दी क्वालीफिकेशन होंदी है। एक एमएलए पढ़न लई कोई बनने लई कोई क्वालीफिकेशन नहीं है। अनपढ़ आदमी एमएलए बने जाते हैं, उन्होंने लॉ एंड ऑर्डर मेनटेन करना, उन्होंने कानून बनाने ने, उन्होंने बता कि ये 15 साल बाद जे किला किसी ने ढाना तो किसी एनआरआई ने, मेरे वर्गे ने, तो मैं एनआरआई भी हाँ, ईमानदार भी हाँ, समाज सेवी भी हाँ, पढ़िया लिखा भी हाँ, मेरे च हर तरह की क्वालिटी है। मैं एक गल सुनाना कि गढ़दी वाला हल्का है साडा, कंस्टीट्यूंसी का एक शहर है ਜੀ टांडे हल्के दी, पहले कंस्टीट्यूंसी होंदी सी। ਜੀ ਉੱਥੇ ਦੇਖੋ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ, ਉੱਥੇ ਅਜੇ ਤੱਕ ਸਿਵਲ ਹਸਪੀਟਲ ਹੀ ਹੈ ਨਹੀਂ ਜੀ ਔਰ 100 ਪਿੰਡ ਲੱਗਦਾ ਉਹਨੂੰ। ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਪ੍ਰੀਤ ਤੇ ਤੁਹਾਡਾ ਸਭ ਦਾ ਸਵਾਗਤ ਹੈ ਕੌਣ ਬਣੇਗਾ ਐਮਐਲਏ ਪ੍ਰੋਗਰਾਮ ਵਿੱਚ। ਵਿਧਾਨ ਸਭਾ ਚੋਣਾਂ ਦਾ ਅਖਾੜਾ ਸੱਜ ਕੇ ਤਿਆਰ ਹੈ। ਉੱਥੇ ਅਲੱਗ-ਅਲੱਗ ਪਾਰਟੀਆਂ ਨੇ ਆਪਣੇ ਕੈਂਡੀਡੇਟ ਇਸ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ। ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਬੀਜੇਪੀ ਤੇ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਦਸੂਹਾ ਸਾਡੇ ਨਾਲ ਮੌਜੂਦ ਆ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੁਹਾਨੂੰ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ, ਤੁਸੀਂ ਤੁਹਾਡੇ ਤੋਂ ਉਮੀਦਵਾਰ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਤੇ ਉਹਨਾਂ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ, ਜਿਨ੍ਹਾਂ 'ਚ ਸ੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਦੇਸ਼ ਦੇ, ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਜੀ ਤੇ ਜੇਪੀ ਨੱਡਾ ਜੋ ਕਿ ਬੀਜੇਪੀ ਦੇ ਪ੍ਰਧਾਨ ਨੇ, ਤੇ ਪੰਜਾਬ ਲੋਕ ਕਾਂਗਰਸ ਦੇ ਸਾਰੀ ਸੀਨੀਅਰ ਲੀਡਰਸ਼ਿਪ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਇਹ ਵਿਸ਼ਵਾਸ ਪ੍ਰਗਟ ਕਰਕੇ ਤੇ ਮੈਨੂੰ ਇਸ ਹਲਕੇ ਦੀ ਨੁਮਾਇੰਦਗੀ ਸੌਂਪੀ ਹੈ ਔਰ ਮੈਂ ਉਹਨਾਂ ਦੀਆਂ ਆਸ਼ਾ ਤੇ ਪੂਰਾ ਉਤਰਾਂਗਾ ਔਰ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗਾ। ਤੁਸੀਂ ਤਿੰਨ ਪਾਰਟੀਆਂ ਦੇ ਸਾਂਝੇ ਉਮੀਦਵਾਰ ਹੋ। ਹਾਂਜੀ, ਟਾਂਡੇ ਹਲਕੇ ਦੇ ਲੋਕਾਂ ਵਿੱਚ ਕਿਹੋ ਜਿਹਾ ਰਿਸਪੌਂਸ ਹੈ ਤੁਹਾਡੇ ਲਈ? ਟਾਂਡੇ ਹਲਕੇ ਦੇ ਵਿੱਚ ਮੈਂ ਪਿਛਲੇ 7-8 ਮਹੀਨੇ ਤੋਂ ਕਾਫੀ ਸਰਗਰਮ ਰਿਹਾ ਹਾਂ ਔਰ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ। ਰੋਜ਼ ਦੇ ਰੋਜ਼ ਲੋਕ ਪਾਰਟੀ ਦੇ ਨਾਲ ਜੁੜ ਰਹੇ ਆ ਔਰ ਰੋਜ਼ਾਨਾ ਹੀ ਮੇਰੇ ਵੱਡੀਆਂ ਵੱਡੀਆਂ ਮੀਟਿੰਗਾਂ ਵੀ ਹੋ ਰਹੀਆਂ ਨੇ ਔਰ ਕੋਈ ਪਿੰਡ ਐਸਾ ਨਹੀਂ ਹੈਗਾ ਜਿੱਥੋਂ ਲੋਕ ਆਪ ਮੁਹਾਰੇ ਨਹੀਂ ਨਾਲ ਤੁਰ ਪਏ, ਕਿਉਂਕਿ ਜੋ ਪਿਛਲੇ ਕਾਫੀ ਸਮੇਂ ਤੋਂ 8-10 ਸਾਲਾਂ ਤੋਂ ਮੈਂ ਸਮਾਜ ਸੇਵਾ ਦੀਆਂ ਸੇਵਾਵਾਂ ਕਰ ਰਿਹਾ ਸੀ, ਉਹਦੇ ਕਰਕੇ ਜਿਹੜਾ ਮੇਰਾ ਆਪਣਾ ਚਿਹਰਾ ਹੈ ਉਹ ਲੋਕਾਂ 'ਚ ਇੱਕ ਬੜਾ ਜਾਣਿਆ ਪਹਿਚਾਣਿਆ ਬਣ ਗਿਆ ਔਰ ਲੋਕ ਬਤੌਰ ਸਮਾਜ ਸੇਵੀ ਮੈਨੂੰ ਬਹੁਤ ਰਿਸਪੌਂਸ ਦੇ ਰਹੇ। ਮਨਜੀਤ ਸਿੰਘ ਜੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਕਾਫੀ ਸਮਾਂ ਕੰਮ ਕੀਤਾ। ਕੀ ਵਜ੍ਹਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦੀ? ਸ਼੍ਰੋਮਣੀ ਅਕਾਲੀ ਦਲ ਪਹਿਲੇ ਤਾਂ ਮੈਂ ਰਿਹਾ 30-35 ਸਾਲ ਅਮਰੀਕਾ ਦੇ ਵਿੱਚ ਹੀ, ਤੇ ਜਦੋਂ ਮੈਂ ਪਾਰਟੀ ਉੱਥੋਂ ਅਮਰੀਕਾ ਤੋਂ ਇੰਡੀਆ ਆ ਗਿਆ ਤੇ ਇੱਥੇ ਰਹਿਣਾ ਸ਼ੁਰੂ ਕੀਤਾ ਤੇ ਜਦੋਂ ਇਹਨਾਂ ਦੇ ਵਿੱਚ ਵਿਚਰਿਆ ਤੇ ਫਿਰ ਪਤਾ ਲੱਗਾ ਇਹਨਾਂ ਦੀ ਅਸਲੀਅਤ ਦਾ ਕਿ ਇਹ ਕਿਸ ਤਰ੍ਹਾਂ ਪੰਥ ਨੂੰ ਗੁੰਮਰਾਹ ਕਰ ਰਿਹਾ, ਕਿਸ ਤਰ੍ਹਾਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੈਗੇ ਆ, ਤੇ ਅਸੀਂ ਐਵੇਂ ਬਾਹਰ ਬੈਠੇ ਇਹਨਾਂ ਦੀ ਬੱਲੇ ਬੱਲੇ 'ਚ ਪੈ ਰਹੇ ਤੇ ਆਪਣੇ ਆਪ ਮਹਿਸੂਸ ਕਰਤਾ ਅਸੀਂ ਕਿ ਅਸੀਂ ਵੀ ਗੁੰਮਰਾਹ ਹੋ ਰਹੇ ਹਾਂ। ਪਰ ਫਿਰ ਵੀ ਵਿੱਚ ਬੈਠੇ ਰਹੇ ਪਾਰਟੀ ਦੇ। ਜਦੋਂ ਦੇਖਿਆ ਕਿ 2015 'ਚ ਮੇਰਾ ਖਿਆਲ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਗਲੀਆਂ 'ਚ ਸੁੱਟੇ ਗਏ ਔਰ
ਉਸ ਤੋਂ ਲਹਿਦਾ ਸਿੱਖ ਇਤਿਹਾਸ ਵਿੱਚ ਇੱਕ ਵਾਰੀ ਪਹਿਲੀ ਵਾਰੀ ਹੋਇਆ ਕਿ ਕੋਈ ਆਦਮੀ ਕੋਈ ਵੀ ਇਨਸਾਨ ਗਲਤੀ ਕਰਦਾ ਹੈ ਤੇ ਉਹ ਅਕਾਲ ਤਖ਼ਤ ਤੇ ਪੇਸ਼ ਵੀ ਨਾ ਹੋਵੇ ਤੇ ਉਹਨੂੰ ਬਿਨਾਂ ਪੇਸ਼ੀ ਤੋਂ ਜਦੋਂ ਮਾਫੀ ਦਿੱਤੀ ਗਈ ਤੇ ਉਹਦੇ ਨਾਲ ਹਰ ਸਿੱਖ ਦੇ ਹਿਰਦੇ ਤੇ ਵਰੁੰਦ ਰਹੀ ਸੀ। ਪਰ ਅਸੀਂ ਪਾਰਟੀ ਦੇ ਵਿੱਚ ਹੋਣ ਕਰਕੇ ਜ਼ਿਆਦਾ ਸ਼ਰਮ ਮਹਿਸੂਸ ਕੀਤੀ ਕਿ ਇਹ ਬਹੁਤ ਘਿਨਾਉਣਾ ਕੰਮ ਹੋਇਆ ਕਿ ਸਰਕਾਰ ਵੀ ਅਕਾਲੀ ਦਲ ਦੀ ਹੋਵੇ ਤੇ ਉਹਦੀ ਸਰਕਾਰ ਦੇ ਦੌਰਾਨ ਹੀ ਇਹੋ ਜਿਹਾ ਕੋਈ ਕਾਰਾ ਹੋਵੇ ਤੇ ਨਾਲ ਹੀ ਅਕਾਲ ਤਖ਼ਤ ਨੂੰ ਵੀ ਮਿਸਯੂਜ਼ ਕੀਤਾ ਗਿਆ ਹੋਵੇ। ਸੋ ਇਸ ਕਰਕੇ ਫਿਰ ਪਾਰਟੀ ਨੂੰ ਛੱਡਣ ਦਾ ਫੈਸਲਾ ਕੀਤਾ। ਤਕਰੀਬਨ ਕਿਸਾਨੀ ਅੰਦੋਲਨ 1.5 ਸਾਲ ਤੱਕ ਚੱਲਿਆ, ਜਿਹਦੇ ਵਿੱਚ 700 ਤੋਂ ਉੱਤੇ ਜਿਹੜੇ ਕਿਸਾਨ ਆ ਉਹ ਸ਼ਹੀਦ ਹੋਏ। ਤੁਹਾਡਾ ਕੀ ਸਟੈਂਡ ਹੈ ਇਸ ਅੰਦੋਲਨ ਨੂੰ ਲੈ ਕੇ? ਦੇਖੋ, ਜਿਹੜਾ ਕਿਸਾਨੀ ਅੰਦੋਲਨ ਬਿਲਕੁਲ ਸਹੀ ਸੀ ਔਰ ਮੈਂ ਖਾਸ ਕਰਕੇ ਇਸ ਤੇ ਸਾਡੀ ਪਾਰਟੀ ਨੇ ਐਕਚੁਅਲੀ ਕਿ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਜੀ ਨੇ ਸਭ ਤੋਂ ਪਹਿਲੇ ਪ੍ਰਾਈਮ ਮਿਨਿਸਟਰ ਨੂੰ ਲੈਟਰ ਲਿਖਿਆ ਸੀ ਕਿ ਇਹ ਜਿਹੜੇ ਕਾਨੂੰਨ ਨੇ ਬਿੱਲ ਨਾ ਪਾਸ ਕਰਿਓ, ਨਹੀਂ ਤੇ ਬਹੁਤ ਪ੍ਰੋਬਲਮ ਖੜੀ ਹੋ ਜਾਏਗੀ, ਪੰਜਾਬੀਆਂ ਨੇ ਕਦੀ ਬਰਦਾਸ਼ਤ ਨਹੀਂ ਕਰਨਾ ਇਸ ਨੂੰ। ਉਹਨਾਂ ਨੇ ਲੈਟਰ ਵੀ ਲਿਖਿਆ ਲੇਕਿਨ ਕੋਈ ਰਿਸਪੌਂਸ ਨਾ ਮਿਲਿਆ ਤੇ ਅਸੀਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਕੁੱਦ ਪਏ ਔਰ ਪੂਰਾ ਕਿਸਾਨਾਂ ਦਾ ਸਾਥ ਦਿੱਤਾ, ਤਨ ਮਨ ਧਨ ਨਾਲ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਕਿਸਾਨਾਂ ਦੀ ਔਰ ਤਦ ਤੱਕ ਅਸੀਂ ਨਾਲ ਰਹੇ ਹਾਂ ਜਦ ਤੱਕ ਉਹ ਕਾਨੂੰਨ ਰੱਦ ਨਹੀਂ ਹੋ ਗਏ, ਕਿਉਂਕਿ ਸਾਡੀ ਪਾਰਟੀ ਨੇ ਪਹਿਲੇ ਹੀ ਫੈਸਲਾ ਕਰ ਲਿਆ ਸੀ ਕਿ ਜੇ ਕਾਨੂੰਨ ਰੱਦ ਹੋਣਗੇ ਤੇ ਫਿਰ ਅੱਗੇ ਕੋਈ ਉਹਨਾਂ ਨਾਲ ਗੱਲ ਕੀਤੀ ਜਾਏਗੀ, ਨਹੀਂ ਤੇ ਨਹੀਂ ਕੋਈ ਗੱਲ ਨਹੀਂ ਕੀਤੀ ਜਾਏਗੀ। ਸੋ ਜਦੋਂ ਕਾਨੂੰਨ ਰੱਦ ਹੋ ਗਏ ਮਾਹੌਲ ਕੁਝ ਸੁਖਾਵਾਂ ਬਣਨ ਲੱਗਾ ਤੇ ਫਿਰ ਗੱਲਬਾਤ ਸ਼ੁਰੂ ਹੋਈ। ਪਰ ਉਹਦੇ ਵਿੱਚ ਜਦੋਂ ਗੱਲਬਾਤ ਸ਼ੁਰੂ ਵੀ ਹੋਈ ਏ ਤੇ ਢੀਂਡਸਾ ਸਾਹਿਬ ਨੇ ਕੋਰ ਕਮੇਟੀ ਦੀ ਮੀਟਿੰਗ ਵੀ ਬੁਲਾਈ ਤੇ ਮੈਂ ਕੋਰ ਕਮੇਟੀ ਦਾ ਮੈਂਬਰ ਵੀ ਸੀ ਤੇ ਮੈਂ ਉਹਦੇ ਚ ਉਸ ਮੀਟਿੰਗ ਵਿੱਚ ਵੀ ਗਿਆ ਤੇ ਉਹਦੇ ਚ ਅਸੀਂ ਸਾਰਿਆਂ ਨੇ ਕਿਹਾ ਵੀ ਅਸੀਂ ਕਿੰਨਾ ਕੁ ਚਿਰ ਕੇਂਦਰ ਦੇ ਨਾਲ ਟਕਰਾਅ ਰੱਖਾਂਗੇ। ਇਹ ਠੀਕ ਹੈ, ਸਾਡੇ 700 ਕਿਸਾਨ 700 ਤੋਂ ਵੱਧ ਕਿਸਾਨ ਜਿਹੜੇ ਆ ਉਹ ਸ਼ਹੀਦ ਹੋਏ ਆ ਤੇ ਸਿੱਖ ਇਤਿਹਾਸ ਹੀ ਇਹ ਹੈਗਾ ਵੀ ਅਸੀਂ ਕੁਝ ਵੀ ਪ੍ਰਾਪਤ ਕੀਤਾ ਤੇ ਸ਼ਹੀਦੀਆਂ ਦੇ ਕੇ ਕੀਤਾ, ਉਸ ਤਰ੍ਹਾਂ ਨਹੀਂ ਮਿਲਿਆ ਸਾਨੂੰ। ਅਸੀਂ ਉਹਨੂੰ ਅਣਗੌਲਿਆ ਨਹੀਂ ਕਰ ਸਕਦਾ, ਉਸ ਸ਼ਹੀਦੀ ਨੂੰ ਕਰ ਸਕਦੇ, ਕਿਉਂਕਿ ਉਹ ਬੜੀ ਵੱਡੀ ਸੈਕਰੀਫਾਈਸ ਉਹਨਾਂ ਪਰਿਵਾਰਾਂ ਦੀ ਤੇ ਅਸੀਂ ਉਹਨਾਂ ਦੇ ਬਿਲਕੁਲ ਨਾਲ ਖੜੇ ਆ, ਹੁਣ ਵੀ ਖੜੇ ਆ। ਪਰ ਅਸੀਂ ਕੋਰ ਕਮੇਟੀ ਨੇ ਫੈਸਲਾ ਕੀਤਾ ਵੀ ਤੁਸੀਂ ਜਿਹੜੇ ਸਿੱਖ ਕੈਦੀ ਆ ਬੜੇ ਲੰਮੇ ਅਰਸੇ ਤੋਂ, ਸਾਡੀ ਪਹਿਲੀ ਡਿਮਾਂਡ ਢੀਂਡਸਾ ਸਾਹਿਬ ਅੱਗੇ ਅਸੀਂ ਇਹ ਰੱਖੀ ਕਿ ਜੇ ਇਹ ਮੋਦੀ ਸਾਹਿਬ ਮਨਜ਼ੂਰ ਕਰਦੇ ਆ ਤੇ ਅੱਗੇ ਗੱਲ ਕਰਿਓ, ਜੇ ਨਹੀਂ ਮਨਜ਼ੂਰ ਕਰਦੇ ਤੇ ਇੱਥੇ ਗੱਲ ਤੋੜ ਦਿਓ ਤੁਸੀਂ। ਤੇ ਉਹਦੇ ਨਾਲ ਅਸੀਂ 11 ਪੁਆਇੰਟ ਹੋਰ ਦਿੱਤੇ ਸੀ ਉਹਨਾਂ ਨੂੰ, ਜਿਹਦੇ ਚ ਟੋਟਲ 12 ਪੁਆਇੰਟ ਦਿੱਤੇ ਗਏ ਸੀ ਤੇ ਅਸੀਂ ਇਹ ਫੈਸਲਾ ਢੀਂਡਸਾ ਸਾਹਿਬ ਨੂੰ ਅਧਿਕਾਰ ਦੇ ਦਿੱਤੇ ਕਿ ਪਹਿਲੀ ਜਿਹੜੀ ਮੰਗ ਹੈ ਇਹ ਤੋਂ ਬਗੈਰ ਤੇ ਪਿੱਛੇ ਨਹੀਂ ਹਟਣਾ। ਅਗਲੀਆਂ ਜਿਹੜੀਆਂ ਮੰਗਾਂ ਨੇ ਉਹਦੇ ਵਿੱਚ ਜੇ ਅੱਧੀਆਂ ਪਜੱਦੀਆਂ ਮੰਨ ਜਾਣ ਤੇ ਕੁਝ ਤੇ ਕਮਿਟਮੈਂਟ ਕਰ ਲੈਣ ਤੇ ਫਿਰ ਅਗਲੀ ਗੱਲ ਉਹਦੇ ਨਾਲ ਸਮਝੌਤੇ ਦੀ ਤੋਰੀ ਜਾ ਸਕਦੀ ਹੈ। ਕਿਸਾਨੀ ਅੰਦੋਲਨ ਤੋਂ ਬਾਅਦ ਜਿਹੜੇ ਕਿਸਾਨ ਆ ਉਹਨਾਂ ਵਿੱਚ ਕਾਫੀ ਗੁੱਸਾ ਵੀ ਆ, 700 ਲੋਕ ਸ਼ਹੀਦ ਹੋਏ ਆ ਤੇ ਤੁਹਾਨੂੰ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਹੈ ਵੀ ਲੋਕਾਂ, ਤੁਸੀਂ ਬੀਜੇਪੀ ਦੇ ਕੈਂਡੀਡੇਟ, ਤੁਹਾਨੂੰ ਬੀਜੇਪੀ ਵੱਲੋਂ ਸਾਂਝੇ ਉਮੀਦਵਾਰ ਹੋ, ਤੁਸੀਂ ਲੋਕਾਂ ਵਿੱਚ ਗੁੱਸਾ ਦੇਖਿਆ ਜਾ ਰਿਹਾ? ਨਹੀਂ, ਮੈਂ ਤੇ ਤਕਰੀਬਨ ਪਿੰਡਾਂ 'ਚ ਹੀ ਰਹਿੰਦਾ ਵਾ, ਕਰੀਬ ਸਵੇਰ ਤੋਂ ਲੈ ਕੇ ਇਸ ਵੇਲੇ ਤੱਕ ਮੈਂ ਪਿੰਡਾਂ 'ਚ ਹੁੰਨਾ। ਮੈਨੂੰ ਤੇ ਕਿਤੇ ਵੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਕਿ ਕਿਸੇ ਕਿਸਾਨ ਨੇ ਮੇਰਾ ਵਿਰੋਧ ਕੀਤਾ ਹੋਵੇ। ਕਿਸਾਨ ਵੱਧ ਚੜ ਕੇ ਮੇਰੇ ਨਾਲ ਪਾਰਟਿਸਿਪੇਟ ਕਰ ਰਹੇ ਨੇ, ਕਿਉਂਕਿ ਕਿਸਾਨਾਂ ਨੂੰ ਪਤਾ ਹੈ ਕਿ ਇਸ ਹਲਕੇ ਦੇ ਵਿੱਚ ਜੇ ਕਿਸੇ ਪੋਲੀਟੀਕਲ ਬੰਦੇ ਨੇ ਉਹਨਾਂ ਦਾ ਸਾਥ ਦਿੱਤਾ ਸੀ ਤੇ ਸਭ ਤੋਂ ਵੱਧ ਚੜ ਕੇ ਮੈਂ ਦਿੱਤਾ ਸੀ ਇੱਥੇ, ਉਹਦੇ ਕਰਕੇ ਮੇਰਾ ਉਹ ਸਤਿਕਾਰ ਕਰਦੇ ਨੇ। ਦੂਸਰਾ, ਉਹ ਇਹ ਗੱਲ ਕਹਿੰਦੇ ਨੇ ਵੀ ਜਿਵੇਂ ਮਰਜ਼ੀ ਹੈਗਾ, ਪਰ ਮਨਜੀਤ ਸਿੰਘ ਦਸੂਹਾ ਜਿਹੜੇ ਨੇ ਇਹ ਇੱਕ ਸਮਾਜ ਸੇਵੀ ਨੇ, ਉਹ ਸਾਡੇ ਹਲਕੇ ਦੇ ਵਿੱਚ ਆਣ ਕੇ ਪਹਿਲੀ ਵਾਰੀ ਕਿਸੇ ਬੰਦੇ ਨੇ ਇਹੋ ਜਿਹੇ ਕੰਮ ਕੀਤੇ ਆ। ਨਹੀਂ ਤੇ ਸਾਰੇ ਜਿੰਨੇ ਵੀ ਕੈਂਡੀਡੇਟ ਆਏ ਨੇ ਉਹ ਪੈਸੇ ਲੈਣ ਵਾਲੇ ਆਏ ਨੇ ਤੇ ਇਹ ਪਹਿਲਾ ਇਨਸਾਨ ਹੈ ਜਿਹੜਾ ਪੈਸੇ ਕੋਲੋਂ ਦੇ ਰਿਹਾ। ਸੋ ਉਹਦੇ ਨਾਲ ਮੇਰਾ ਆਪਣਾ ਚਿਹਰਾ ਜਿਹੜਾ ਲੋਕਾਂ ਦੇ ਵਿੱਚ ਬੜਾ ਸਾਫ਼ ਸੁਥਰਾ, ਇਮਾਨਦਾਰੀ ਵਾਲਾ, ਸਮਾਜ ਸੇਵੀ ਵਾਲਾ ਮੇਰਾ ਅਕਸ ਸੀ, ਉਹਦੇ ਕਰਕੇ ਮੈਨੂੰ ਕੋਈ ਵਿਰੋਧਤਾ ਨਹੀਂ। ਇੱਕ ਅੱਧੀ ਜਗ੍ਹਾ ਤੇ ਮਾੜਾ ਮੋਟਾ ਉਹ ਵੀ ਆਪਸੀ ਮਿਲਣੀ ਜਦੋਂ ਬੈਠਕ ਹੋਈ ਹੈ, ਇੱਕ ਦੋ ਕਿਸਾਨਾਂ ਨੇ ਕੁਐਸਚਨ ਕੀਤੇ ਨੇ ਤੇ ਉਹਨਾਂ ਨੂੰ ਮੈਂ ਸੈਟੀਸਫਾਈ ਜਦੋਂ ਉਹਨਾਂ ਦੇ ਜਵਾਬ ਦਿੱਤੇ ਆ ਤੇ ਉਹ ਵੀ ਮੇਰੇ ਨਾਲ ਤੁਰ ਪਏ। ਤੁਸੀਂ ਟਾਂਡੇ ਦੇ ਲੋਕਾਂ ਵਿੱਚ ਮਿਲਦੇ ਹੋ, ਟਾਂਡੇ ਦੇ ਲੋਕ ਤੁਹਾਨੂੰ ਆਪਣੀਆਂ ਸਮੱਸਿਆਵਾਂ ਦੱਸਦੇ ਹੋਣਗੇ, ਕਿਹੜੇ ਮੁੱਖ ਮੁੱਦੇ ਕਿਹੜੇ ਆ ਲੋਕਾਂ ਦੇ? ਦੇਖੋ, ਟਾਂਡੇ ਹਲਕੇ ਦੇ ਵਿੱਚ ਬਹੁਤ ਸਾਰੇ ਮੁੱਦੇ ਆ ਜਿਹੜੇ ਪਿਛਲੇ 75 ਸਾਲਾਂ ਤੋਂ ਲੰਘੇ ਹੋਏ ਨੇ ਕਿ ਕਿਸੇ ਵੀ ਐਮਐਲਏ ਨੇ, ਕਿਸੇ ਮੰਤਰੀ ਨੇ ਉਹਨਾਂ ਮੁੱਦਿਆਂ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ।
ਅੱਜ ਜ਼ਰੂਰਤ ਕੀ ਹੈ ਕਿ ਸਭ ਤੋਂ ਪਹਿਲੇ ਮੁੱਢਲੀਆਂ ਸਹੂਲਤਾਂ ਜਿਹੜੀਆਂ ਨੇ ਸਾਨੂੰ ਉਹ ਤੇ ਮਿਲਣੀਆਂ ਚਾਹੀਦੀਆਂ ਨੇ। ਸਿਹਤ ਸਹੂਲਤ ਹੈ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਹਲਕੇ ਦੇ ਵਿੱਚ। ਟਾਂਡਾ ਉੜਮੁੜ ਦਾ ਸਮੁੱਚਾ ਹਲਕਾ ਜਿਹੜਾ ਉਹ ਅੱਜ ਸਿਹਤ ਸਹੂਲਤਾਂ ਤੋਂ ਵਾਂਝ ਹੈ। ਸਾਡਾ ਸਿਵਲ ਹਸਪੀਟਲ ਹੈ ਇੱਥੇ ਬੜਾ ਬਹੁਤ ਵਧੀਆ ਜਗ੍ਹਾ ਤੇ ਹੈਗਾ। ਅੰਗਰੇਜ਼ਾਂ ਦੇ ਵੇਲੇ ਦਾ ਮੇਰਾ ਖਿਆਲ ਸ਼ਾਇਦ ਉਹ ਬਣਿਆ ਹੋਵੇਗਾ, ਲੇਕਿਨ ਉਹਦੇ 'ਚ ਸਹੂਲਤ ਕੋਈ ਨਹੀਂ ਹੈ। ਨਾ ਕੋਈ ਸਕੈਨਿੰਗ ਮਸ਼ੀਨ ਹੈ, ਨਾ ਕੋਈ MRI ਦੀ ਹੈ, ਨਾ ਕੋਈ ਹੋਰ ਟੈਸਟ ਹੁੰਦਾ। ਸਿੱਧਾ ਡਾਕਟਰ ਲਿਖ ਕੇ ਦਿੰਦੇ ਨੇ, ਬਾਹਰੋਂ ਸਕੈਨਿੰਗ ਕਰਾ ਲਿਓ, ਬਾਹਰੋਂ MRI ਕਰਾ ਲਿਓ, ਬਾਹਰੋਂ ਇਹ ਕਰਾ ਲਓ, ਉਹ ਕਰਾ ਲਓ। ਹੁਣ ਤੁਸੀਂ ਦੱਸੋ ਵੀ ਇੱਕ ਗਰੀਬ ਬੰਦਾ ਹੈ, ਸਿਵਲ ਹਸਪੀਟਲ ਗਰੀਬ ਹੀ ਜਾਂਦਾ ਨਾ, ਅਮੀਰ ਤੇ ਪ੍ਰਾਈਵੇਟ ਹਸਪੀਟਲਾਂ 'ਚ ਜਾਂਦੇ ਨੇ। ਤੇ ਜਿਹੜੇ ਗਰੀਬ ਆਦਮੀ ਨੇ ਜਾਂ ਔਰਤ ਨੇ ਸਿਵਲ ਹਸਪੀਟਲ ਜਾਣਾ ਹੈ, ਜਦੋਂ ਉਹਨੂੰ MRI ਲਈ ਜਾਂ ਸਕੈਨਿੰਗ ਵਾਸਤੇ ਬਾਹਰ ਭੇਜ ਦੇਣਾ ਤੇ ਸਕੈਨਿੰਗ 3000 ਦੀ ਹੁੰਦੀ ਹੈ ਬਾਹਰੋਂ, ਉਹ 200 ਰੁਪਏ 'ਚ ਹੁੰਦੀ ਸਿਵਲ ਹਸਪੀਟਲ 'ਚ। MRI ਜਿਹੜੀ ਉਹ 6000 ਦੀ ਬਾਹਰੋਂ ਹੁੰਦੀ ਹੈ, ਉਹ 300 ਰੁਪਏ 'ਚ ਹਸਪੀਟਲ 'ਚ ਹੋ ਸਕਦੀ ਹੈ। ਹੁਣ ਗਰੀਬ ਬੰਦਾ ਜਿਹੜਾ 400-500 ਰੁਪਏ ਦਿਹਾੜੀ ਲੈਂਦਾ ਹੈ, ਉਹ ਕਿੱਥੋਂ ਅਫੋਰਡ ਕਰ ਲੇਗਾ ਇੰਨਾ ਪੈਸਾ। ਸੋ ਇਹ ਸਰਕਾਰਾਂ ਦਾ ਫਰਜ਼ ਬਣਦਾ। ਨਾਲੇ ਅੱਜ ਦੇ ਯੁੱਗ ਦੇ ਵਿੱਚ ਮੈਡੀਕਲ ਲਾਈਨ ਦੇ ਵਿੱਚ ਇਹ ਤੇ ਸਭ ਤੋਂ ਫਸਟ ਪ੍ਰੈਫਰੈਂਸ ਇਹਨਾਂ ਚੀਜ਼ਾਂ ਦੀ ਹੈ ਕਿ ਹਰ ਹਸਪੀਟਲ ਦੇ ਵਿੱਚ ਇਹ ਫੈਸਿਲਿਟੀ ਹੋਣੀ ਚਾਹੀਦੀ ਹੈ। ਲੇਕਿਨ ਹਰ ਕਿਤੇ ਛੱਡੋ, ਤੁਸੀਂ ਜਿਹੜਾ ਵੱਡਾ ਮੇਨ ਹਸਪੀਟਲ ਸਾਡਾ ਟਾਂਡੇ ਦਾ, ਉਹਦੇ ਵਿੱਚ ਵੀ ਇਹੋ ਜਿਹੀ ਕੋਈ ਸਹੂਲਤ ਨਹੀਂ ਹੈ। ਉੱਥੇ ਤਾਂ ਸਿਰਫ MLR ਕਟਾਈਆਂ ਜਾਂਦੀਆਂ ਨੇ ਕਿ MLA ਫੋਨ ਕਰ ਦਿੰਦਾ ਡਾਕਟਰਸ ਨੂੰ ਕਿ ਤੁਸੀਂ ਇਹਦੀ 324 ਲਾ ਦਿਓ, ਇਹਦੀ 326 ਦੀ ਬਣਾ ਦਿਓ, 307 ਬਣਾ ਦਿਓ। ਮਤਲਬ ਇਹੋ ਜਿਹੀਆਂ ਸਹੂਲਤਾਂ ਨੇ ਲੋਕਾਂ ਨੂੰ। ਹੋਰ ਜੇ ਕੋਈ ਹੈਲਥ ਦੀ ਤਾਂ ਹੈਲਥ ਦੀ ਕੋਈ ਸਹੂਲਤ ਨਹੀਂ ਹੈ। ਮਨਜੀਤ ਸਿੰਘ, ਤੁਹਾਡੇ ਕੋਲ ਤੁਸੀਂ ਇੱਕ ਬਹੁਤ ਹੀ ਪਹਿਲਾਂ ਦਾ ਜਿਹੜਾ ਤੁਹਾਡਾ ਇੱਕ ਸਮਾਜ ਸੇਵੀ ਵਾਲਾ ਚਿਹਰਾ ਬਣਿਆ ਹੋਇਆ ਹੈ, ਤੁਹਾਡੇ ਕੋਲ ਕੋਈ ਮਾਡਲ ਹੈ ਟਾਂਡੇ ਦੇ ਵਿਕਾਸ ਦੇ? ਮਾਡਲ ਬਹੁਤ ਕੁਛ ਹੈ, ਬੰਦਾ ਕਰਾਉਣ ਵਾਲਾ ਹੋਣਾ ਚਾਹੀਦਾ। ਦੇਖੋ ਮੈਂ 30-35 ਸਾਲ ਅਮਰੀਕਾ 'ਚ ਰਿਹਾ, ਮੈਂ ਉੱਥੇ ਦੇ ਸਿਸਟਮ ਦੇ ਵਿੱਚ ਰਿਹਾ ਹੈਗਾ। ਉੱਥੇ ਦੇ ਸਿਸਟਮ ਵਿੱਚ ਮੈਂ ਬਿਜ਼ਨਸ ਕੀਤਾ, ਉੱਥੇ ਕਾਰੋਬਾਰ ਕੀਤਾ ਤੇ ਮੈਂ ਉੱਥੇ ਦੇ ਸਿਸਟਮ ਨੂੰ ਅੰਡਰਸਟੈਂਡ ਕੀਤਾ, ਸਟੱਡੀ ਕੀਤਾ। ਜਦੋਂ ਮੈਂ ਉੱਥੇ ਦੇ ਸਿਸਟਮ ਨੂੰ ਸਟੱਡੀ ਕਰਕੇ ਇੱਥੇ ਆਣ ਕੇ ਕੁਝ ਕਰਨਾ ਚਾਹਾਂਗਾ ਐਜ਼ ਏ ਪੋਲੀਟੀਕਲ, ਤੇ ਮੇਰੇ ਕੋਲ ਬਹੁਤ ਕੁਝ ਹੈ। ਕਿ ਸਭ ਤੋਂ ਪਹਿਲੇ ਤਾਂ ਸਾਡਾ ਢਾਂਚਾ ਇੰਨਾ ਵਿਗੜਿਆ ਹੋਇਆ ਹੈ, ਪੰਜਾਬ ਦਾ ਕੀ ਪੂਰੇ ਇੰਡੀਆ ਦੇ ਵਿਗੜਿਆ, ਖਾਸ ਕਰਕੇ ਸਾਡੇ ਹਲਕੇ ਦਾ, ਕਿ ਪੋਲੀਟੀਕਲ ਇਨਵੋਲਵਮੈਂਟ ਹਰ ਕੰਮ ਵਿੱਚ ਬਹੁਤ ਜ਼ਿਆਦਾ ਹੈ। ਸਭ ਤੋਂ ਪਹਿਲੇ ਤਾਂ ਉਹ ਬੰਦ ਕਰਾਈ ਜਾਏਗੀ, ਲੋਕਾਂ ਨੂੰ ਇਨਸਾਫ ਮਿਲੇ, ਹਰ ਇੱਕ ਨੂੰ ਬਰਾਬਰਤਾ ਦਾ ਹੱਕ ਮਿਲੇ, ਚਾਹੇ ਕਿਸੇ ਨੇ ਵੋਟ ਪਾਈਏ ਚਾਹੇ ਨਹੀਂ ਪਾਈ, ਉਹਦੇ ਨਾਲ ਕੋਈ ਬੇਇਨਸਾਫੀ ਨਹੀਂ ਹੋਣੀ ਚਾਹੀਦੀ, ਜੋ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਹੈਗੀ। ਨੰਬਰ 2, ਅੱਜ ਬੇਰੁਜ਼ਗਾਰੀ ਇਤਨੀ ਹੈ ਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਕਦੀ ਕਿਸੇ ਨੇ ਕੋਈ ਪਲੈਨਿੰਗ ਨਹੀਂ ਦਿੱਤੀ ਕਿ ਬੇਰੁਜ਼ਗਾਰੀ ਕਿਵੇਂ ਖਤਮ ਹੋਏਗੀ। ਹੁਣ ਇਹ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਤਾਂ ਨਹੀਂ ਕਹਿ ਸਕਦੇ, ਬਾਦਲ ਦਲ ਔਰ ਕਾਂਗਰਸ, ਇਹ ਕੀ ਕਰ ਰਹੇ ਹੈਗੇ ਆ। ਅੱਜ ਸੁਖਬੀਰ ਕਹਿ ਰਿਹਾ ਕਿ ਮੈਂ 10 ਲੱਖ ਰੁਪਈਆ ਹਰ ਵਿਦਿਆਰਥੀ ਨੂੰ ਕਰਜ਼ਾ ਦਾਂਗਾ ਬਿਨਾਂ ਵਿਆਜ ਦੇ, ਬਾਹਰ ਜਾਣ ਲਈ, ਆਈਲੈਟਸ ਕਰਨ ਲਈ ਜਾਂ ਜੋ ਵੀ ਉਹਨੇ ਕਰਨਾ ਉਹਦੇ ਵਾਸਤੇ। ਕਿ ਅਸੀਂ ਜਿਹੜਾ ਇੰਨਾ ਪੈਸਾ, ਲੱਖਾਂ ਵਿਦਿਆਰਥੀ ਪੰਜਾਬ ਦਾ ਪੜ੍ਹਦਾ ਤੇ ਉਹਦਾ ਅਰਬਾਂ ਰੁਪਈਆ ਬਣ ਜਾਣਾ ਤੇ 5 ਲੱਖ ਕਰੋੜ ਪਹਿਲੇ ਹੀ ਪੰਜਾਬ ਦੇ ਸਿਰ ਤੇ ਕਰਜ਼ਾ ਹੈ, ਤੇ ਕੀ ਅਸੀਂ ਉਹ ਸਹੂਲਤਾਂ ਇੱਥੇ ਦੇ ਕੇ ਉਹਨਾਂ ਨੂੰ ਕਿਉਂ ਨਹੀਂ ਇੱਥੇ ਅਸੀਂ ਜੌਬਸ ਵਗੈਰਾ ਉਹਨਾਂ ਵਾਸਤੇ ਪ੍ਰੋਵਾਈਡ ਕਰਦੇ ਕਿ ਆਪਣੇ ਘਰ ਰਹਿ ਕੇ ਉਹ ਕੰਮ ਕਰਨ, ਤੇ ਤਾਂ ਕਿ ਪਰਿਵਾਰ ਦੇ ਨਾਲ ਵੀ ਮਿਲੇ ਰਹਿਣ, ਆਪਣੇ ਕਲਚਰ ਨਾਲ ਵੀ ਜੁੜੇ ਰਹਿਣ ਤੇ ਆਪਣੀ ਲੈਂਗੁਏਜ, ਆਪਣਾ ਸਾਰਾ ਕੁਝ ਸੰਭਾਲ ਕੇ ਰੱਖਣ। ਦੂਸਰੇ ਪਾਸੇ ਚੰਨੀ ਕਹਿ ਰਿਹਾ ਕਿ ਅਸੀਂ ਆਈਲੈਟਸ ਫ੍ਰੀ ਕਰਾਵਾਂਗੇ। ਇਹਦਾ ਮਤਲਬ ਇਹ ਹੋਇਆ ਇਹਨਾਂ ਦੋਨਾਂ ਪਾਰਟੀਆਂ ਦੀ ਪਲੈਨਿੰਗ ਇੱਕ ਹੀ ਹੈ ਕਿ ਅਸੀਂ ਜਿਹੜਾ ਪੰਜਾਬ ਦਾ ਸਾਰਾ ਦਿਮਾਗ ਹੈ ਨਾ, ਪੜ੍ਹਿਆ ਲਿਖਿਆ, ਅਸੀਂ ਜਵਾਨੀ ਨੂੰ, ਨੌਜਵਾਨਾਂ ਨੂੰ ਦਿਮਾਗ ਸਮਝਦੇ ਆ ਪੰਜਾਬ ਦਾ, ਉਹ ਸਾਰਾ ਇਹ ਬਾਹਰ ਭੇਜਣਾ ਚਾਹੁੰਦੇ ਨੇ। ਤੇ ਅਮਰੀਕਾ, ਕੈਨੇਡਾ ਵਰਗੇ, ਆਸਟ੍ਰੇਲੀਆ ਵਰਗੇ ਕੀ ਕੰਟਰੀ ਕਰਦੇ ਆ, ਉਹ ਜਿੱਥੋਂ ਵੀ ਉਹਨਾਂ ਨੂੰ ਕੋਈ ਚੰਗਾ ਬੱਚਾ, ਵਿਦਿਆਰਥੀ ਜਾਂ ਚੰਗਾ ਨੌਜਵਾਨ ਦੇਖਿਆ, ਪੜ੍ਹਿਆ ਲਿਖਿਆ, ਚੰਗੇ ਦਿਮਾਗ ਵਾਲਾ ਮਿਲਦਾ ਤੇ ਉਹ ਚੱਕ ਲੈਂਦੇ ਨੇ। ਔਰ ਉਹ ਲੋਕ ਸਾਡੇ ਵਿਗਿਆਨੀਆਂ ਦੇ, ਸਾਡੇ ਹੀ ਲੋਕਾਂ ਦੇ, ਪ੍ਰੋਫੈਸ਼ਨਲ ਲੋਕਾਂ ਦੇ ਉੱਤੇ ਫਾਇਦਾ ਲੈ ਕੇ ਤੇ ਅੱਜ ਉਹ ਤਰੱਕੀ ਕਰ ਰਹੇ ਨੇ ਔਰ ਅਸੀਂ ਪਿੱਛੇ ਜਾ ਰਹੇ ਹਾਂ। ਉਹਦੇ 'ਚ ਸਾਡੀਆਂ ਸਰਕਾਰਾਂ ਦਾ, ਸਾਡੀਆਂ ਪਾਰਟੀਆਂ ਦਾ ਬਹੁਤ ਵੱਡਾ ਕਸੂਰ ਹੈ ਕਿ ਉਹ ਬੱਚਿਆਂ ਨੂੰ, ਸਟੂਡੈਂਟਸ ਨੂੰ ਇਸ ਪਾਸੇ ਨਹੀਂ ਲਾ ਰਹੇ, ਪੁੱਠੇ ਪਾਸੇ ਲਾ ਰਹੇ ਆ, ਨਸ਼ਿਆਂ ਵਾਲੇ ਪਾਸੇ ਲਾ ਰਹੇ ਆ। ਕੀ ਇੱਥੇ ਕੋਈ ਇੰਡਸਟਰੀ ਨਹੀਂ ਲਿਆਂਦੀ ਜਾ ਸਕਦੀ? ਜਿੰਨੇ ਚਿਰ ਪੰਜਾਬ 'ਚ ਜਾਂ ਕਿਸੇ ਹਲਕੇ 'ਚ ਇੰਡਸਟਰੀ ਨਹੀਂ ਆਏਗੀ, ਉੱਥੇ ਬੇਰੁਜ਼ਗਾਰੀ ਘਟ ਹੀ ਨਹੀਂ ਸਕਦੀ।
ਸਾਡੇ ਕੋਲ ਇੰਨੀ ਜ਼ਮੀਨ ਸਰਪਲਸ ਪਈ ਕੰਢੀ ਏਰੀਏ 'ਚ, ਜਿੰਨੀਆਂ ਮਰਜ਼ੀ ਇੰਡਸਟਰੀਆਂ ਲਾ ਲਓ ਉੱਥੇ ਤੁਸੀਂ, ਜੀ ਲਾਉਣ ਵਾਲਾ ਤਾਂ ਕੋਈ ਬਣੇ, ਪਰ ਇੰਡਸਟਰੀ ਲੱਗੇ ਕਿਵੇਂ? ਇੰਡਸਟਰੀ ਲਾਏਗਾ ਕੌਣ? ਜਿਹੜਾ ਇੰਡਸਟਰੀ ਲਾਉਣ ਆਉਂਦਾ ਉਹਦੇ ਕੋਲ 25% ਹਿੱਸਾ ਮੰਗਦੇ ਨੇ ਸਾਡੇ ਮੰਤਰੀ ਸਾਹਿਬਾਨ ਤੇ ਐਮਐਲਏ ਤੇ ਸਰਕਾਰਾਂ ਪਾਰਟੀਆਂ, ਤੇ ਕਿਹੜਾ 25% ਇਹਨਾਂ ਨੂੰ ਹਿੱਸਾ ਦੇਗਾ? ਉਹ ਤੇ ਛੱਡ ਕੇ ਭੱਜਦਾ ਇੱਥੋਂ ਜੀ। ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ, ਇਹਨਾਂ ਦੀ ਕੋਈ ਨੀਅਤ ਨਹੀਂ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇੱਕ ਪੀਐਨ ਭਰਤੀ ਕਰਨਾ ਹੁੰਦਾ ਨਾ, ਤੇ ਉਹਦੀ ਮੈਟ੍ਰਿਕ ਦੀ ਕੁਆਲੀਫਿਕੇਸ਼ਨ ਹੁੰਦੀ ਹੈ। ਇੱਕ ਐਮਐਲਏ ਬਣਨ ਲਈ ਕੋਈ ਕੁਆਲੀਫਿਕੇਸ਼ਨ ਨਹੀਂ ਹੈ। ਅਨਪੜ੍ਹ ਆਦਮੀ ਐਮਐਲਏ ਬਣੇ ਜਾਂਦੇ ਨੇ, ਉਹਨਾਂ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ, ਉਹਨਾਂ ਨੇ ਕਾਨੂੰਨ ਬਣਾਉਣੇ ਨੇ, ਉਹਨਾਂ ਵਿਧਾਨ ਸਭਾ ਚਲਾਣੀ, ਉਹਨਾਂ ਨੇ ਸਾਰਾ ਹੀ ਪੰਜਾਬ ਦਾ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਹੁੰਦੀ ਹੈ। ਤੇ ਜਿਹੜੇ ਹੈ ਅਨਪੜ੍ਹ ਨੇ ਉਹ ਕੀ ਕਰਨਗੇ? ਮਨਜੀਤ ਜੀ, ਲੋਕਾਂ ਦੇ ਮਨ ਵਿੱਚ ਇੱਕ ਸਵਾਲ ਉੱਠਦਾ ਹੈ, ਤੁਸੀਂ 3 ਪਾਰਟੀਆਂ ਦੇ ਸਾਂਝੇ ਉਮੀਦਵਾਰ ਹੋ, ਜੇਕਰ ਤੁਹਾਡੀ ਪਾਰਟੀਆਂ ਨੂੰ ਬਹੁਮਤ ਮਿਲਦਾ ਹੈ ਤੇ ਕੌਣ ਇਸ ਪੰਜਾਬ ਦਾ ਅਗਲਾ ਸੀਐਮ ਹੋਵੇਗਾ? ਦੇਖੋ, ਅਜੇ ਸਾਡਾ ਅਲਾਈਅੰਸ ਨਵਾਂ ਹੋਇਆ ਤਿੰਨਾਂ ਪਾਰਟੀਆਂ ਦਾ, ਤੇ ਮੇਰਾ ਖਿਆਲ ਹੈ ਅੱਜ ਜਾਂ ਭਲਕੇ ਸਾਡੀਆਂ ਸੀਟਾਂ ਕੰਪਲੀਟ ਹੋ ਜਾਣੀਆਂ ਨੇ ਸਾਰੀਆਂ, ਟੋਟਲੀ ਜਿਹੜੀਆਂ ਉਹ ਵੰਡ ਦਿੱਤੀਆਂ ਜਾਣੀਆਂ ਨੇ। ਉਸ ਤੋਂ ਬਾਅਦ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਜਿਨ੍ਹਾਂ ਨੇ ਲਾਂਚ ਕੀਤਾ, ਉਹ ਬੈਠਣਗੇ ਆਪਸ ਵਿੱਚ, ਫਿਰ ਉਹ ਫੈਸਲਾ ਕਰਨਗੇ ਵੀ ਅਸੀਂ ਸੀਐਮ ਕੈਂਡੀਡੇਟ ਅਨਾਉਂਸ ਕਰਨਾ ਜਾਂ ਨਹੀਂ ਕਰਨਾ, ਜਾਂ ਕਿਹੜਾ ਦੇਣਾ ਹੈ। ਉਹ ਜੋ ਵੀ ਉਤੋਂ ਆਦੇਸ਼ ਆਏਗਾ ਅਸੀਂ ਤਾਂ ਉਹਦੇ ਮੁਤਾਬਕ ਹੀ ਚੱਲਾਂਗੇ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਕੈਂਡੀਡੇਟ ਨਹੀਂ ਦਿਆਂਗੇ, ਕਿਉਂਕਿ ਜਿਹੜੇ ਐਮਐਲਏ ਚੁਣੇ ਜਾਣਗੇ ਉਹ ਐਮਐਲਏ ਆਪਣਾ ਕੈਂਡੀਡੇਟ ਚੁਣ, ਤੇ ਉਹ ਡੈਮੋਕ੍ਰੇਸੀ ਹੋਏਗੀ। ਜੇ ਅਸੀਂ ਉੱਪਰੋਂ ਆਦੇਸ਼ ਮੰਨ ਕੇ ਕੈਂਡੀਡੇਟ ਮੰਨ ਲਾਂਗੇ ਤੇ ਉਹ ਮੈਂ ਕਹਾਂਗਾ ਡੈਮੋਕ੍ਰੇਸੀ ਨਹੀਂ ਹੈ ਜੀ। ਟਾਂਡੇ ਹਲਕੇ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾ ਰਿਹਾ ਹੈ। ਤਕਰੀਬਨ ਲੰਬੇ ਸਮੇਂ ਤੋਂ ਜਿਹੜੀ ਕਾਂਗਰਸ ਦਾ ਇੱਥੇ ਰਾਜ ਚੱਲ ਰਿਹਾ, ਕੀ ਇਸ ਵਾਰ ਤੁਸੀਂ ਉਹਨਾਂ ਦਾ ਕਿਲਾ ਟੈਪ ਪਾਓਗੇ? ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਕਿ ਪਿਛਲੇ 15 ਸਾਲ ਤੋਂ ਇੱਥੇ ਲਗਾਤਾਰ ਕਾਂਗਰਸ ਦਾ ਐਮਐਲਏ ਬਣਦਾ ਆ ਰਿਹਾ। ਉਹਦੇ ਵਿੱਚ ਮੈਂ ਵੀ ਉਦੋਂ ਅਕਾਲੀ ਦਲ ਦੇ ਵਿੱਚ ਸੀ। ਸਭ ਤੋਂ ਵੱਡਾ ਜਿਹੜਾ ਨਾ ਅਕਾਲੀ ਦਲ, ਇਹ ਪੰਥਕ ਹਲਕਾ ਹੈ ਨਾ ਕਿ ਕਾਂਗਰਸ ਦਾ ਹਲਕਾ ਸੀ ਜੀ। ਲੇਕਿਨ ਜਿਹੜੇ ਸਾਡੇ ਇੱਥੇ 2-3 ਲੀਡਰ ਸੀ ਜਿਹੜੇ ਇੱਕ ਦੂਜੇ ਨੂੰ ਹਰਾਉਣ ਵਾਸਤੇ ਠਿੱਬੀ ਲਾਉਣ ਲਈ ਜ਼ੋਰ ਲਾਉਂਦੇ ਰਹੇ ਨੇ ਕਿ ਇਹ ਹਾਰ ਜੇ ਤੇ ਅਗਲੀ ਵਾਰੀ ਮੇਰਾ ਨੰਬਰ ਲੱਗ ਜੇ। ਜੀ। ਤੇ ਉਹ ਜਿਹੜੀ ਚੀਜ਼ ਨੇ ਨਾ, ਉਹਨੇ ਅਕਾਲੀ ਦਲ ਨੂੰ ਬੜੀ ਵੱਡੀ ਢਾਲ ਲਾਈ ਸੀ। ਜਿਹੜੇ ਅੱਜ ਬੀਐਸਪੀ ਅਕਾਲੀ ਦਲ ਵੱਲੋਂ ਕੈਂਡੀਡੇਟ ਖੜੇ ਆ ਜੀ, ਉਹ ਪਹਿਲੇ ਸਰਦਾਰ ਰਵਿੰਦਰ ਸਿੰਘ ਜੀ ਰਸੂਲਪੁਰ ਜਿਹੜੇ ਕਿ ਅਕਾਲੀ ਦਲ ਦੇ ਕੈਂਡੀਡੇਟ ਹੁੰਦੇ ਸੀ, ਉਹਨੂੰ ਹਰਾਉਣ ਵਾਸਤੇ ਪੂਰਾ ਜ਼ੋਰ ਲਾਉਂਦੇ ਰਹੇ ਨੇ। ਉਹੋ ਹੀ ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ, ਜਿਹੜਾ ਕਿ ਰਸੂਲਪੁਰ ਨੂੰ ਹਰਾਉਣ ਵਾਸਤੇ ਪਹਿਲੇ ਉਹਨੂੰ ਹਰਾਇਆ, ਫਿਰ ਦੂਜੀ ਵਾਰੀ ਕਾਂਗਰਸ ਚਲੇ ਗਿਆ। ਫਿਰ ਜਦੋਂ ਉਹਨੇ ਦੇਖਿਆ ਲੱਖੀ ਨੂੰ ਟਿਕਟ ਮਿਲ ਗਈ ਹੈ ਤੇ ਉਹ ਫਿਰ ਆ ਗਿਆ ਅਕਾਲੀ ਦਲ ਚ, ਤੇ ਉਹ ਖੁਸ਼ ਹੋ ਗਿਆ। ਫਿਰ ਰਸੂਲਪੁਰ ਦਾ ਪੱਤਾ ਕੱਟਿਆ ਗਿਆ ਤੇ ਅਸੀਂ ਹੁਣ ਸੰਭਾਲ ਲਈਏ। ਸੋ ਜਦੋਂ ਇਹੋ ਜਿਹੀਆਂ ਪਾਲਿਸੀਆਂ ਪਾਰਟੀ ਦੇ ਅੰਦਰ ਹੀ ਹੋਣਗੀਆਂ ਤੇ ਪਾਰਟੀ ਕਿਵੇਂ ਜਿੱਤੇਗੀ? ਪਾਰਟੀ ਨੂੰ ਢਾਹ ਜਿਹੜੀ ਲਾਈ ਗਈ ਉਹ ਅੰਦਰੋਂ ਆਪਣਿਆਂ ਨੇ ਲਾਈ ਹੈ, ਬਾਹਰੋਂ ਕੋਈ ਨਹੀਂ ਢਾਹ ਸਕਦਾ ਇਹ ਪਾਰਟੀ। ਤੇ ਮੈਂ ਤੁਹਾਨੂੰ ਇੱਕ ਗੱਲ ਦਾ ਵਿਸ਼ਵਾਸ ਦੇਣਾ ਕਿ ਇਹ 15 ਸਾਲਾਂ ਬਾਅਦ ਜੇ ਕਿਲਾ ਕਿਸੇ ਨੇ ਢਾਣਾ ਤੇ ਉਹ ਕਿਸੇ ਐਨਆਰਆਈ ਨੇ, ਮੇਰੇ ਵਰਗੇ ਨੇ। ਤੇ ਮੈਂ ਐਨਆਰਆਈ ਵੀ ਆ, ਇਮਾਨਦਾਰ ਵੀ ਆ, ਸਮਾਜ ਸੇਵੀ ਵੀ ਆ, ਪੜ੍ਹਿਆ ਲਿਖਿਆ ਵੀ ਆ, ਮੇਰੇ 'ਚ ਹਰ ਤਰ੍ਹਾਂ ਦੀ ਕੁਆਲਿਟੀ ਹੈ। ਮੇਰੇ ਤੋਂ ਕੋਈ ਉਂਗਲ ਨਹੀਂ ਢਾਹ ਸਕਦਾ ਕਿਸੇ ਕਿਸਮ ਦੀ। ਸੋ ਮੈਂ ਇਹ ਕਿਲਾ ਜਿਹੜਾ ਢਾਹ ਕੇ ਛੱਡਾਂਗਾ। ਜਿੱਥੇ ਤੁਸੀਂ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹੋ, ਉੱਥੇ ਆਮ ਆਦਮੀ ਪਾਰਟੀ ਵੀ ਇਸ ਵਾਰ ਕਹਿ ਰਹੀ ਹੈ ਕਿ ਉਹਨਾਂ ਦੀ ਸਰਕਾਰ ਆਵੇਗੀ ਤੇ ਉਹ ਜਿੱਤ ਹਾਸਲ ਕਰਨਗੇ ਟਾਂਡੇ ਤੋਂ। ਦੇਖੋ, ਆਮ ਆਦਮੀ ਦਾ ਜਿਹੜਾ ਚਿਹਰਾ ਸੀ ਉਹ ਬੇਨਕਾਬ ਹੋ ਗਿਆ। ਹੁਣ ਰੋਜ਼ ਤੁਸੀਂ ਪੜ੍ਹਦੇ ਹੋ ਲੋਕਾਂ 'ਚ ਹਾਹਾਕਾਰ ਮੱਚੀ ਸਿੱਖਾਂ ਦੇ ਵਿੱਚ ਕਿ ਜਿਹੜੇ ਸਿੱਖ ਕੈਦੀ ਰਿਹਾ ਹੋਣੇ ਸੀ, ਜਿਨ੍ਹਾਂ 'ਚ ਇੱਕ ਪ੍ਰੋਫੈਸਰ ਭੁੱਲਰ ਹੈਗੇ ਆ, ਉਹਦੀ ਫਾਈਲ ਸਭ ਕੁਝ ਫਾਈਨਲ ਹੋ ਗਿਆ। ਤੇ ਆਮ ਆਦਮੀ ਪਾਰਟੀ ਦਾ ਸੀਐਮ ਕੇਜਰੀਵਾਲ ਜਿਹੜਾ 4-5 ਸਾਲਾਂ ਬਾਅਦ ਨਾ ਦਿੱਲੀ ਤੋਂ ਅਬਦਾਲੀ ਬਣ ਕੇ ਆਂਦਾ ਪੰਜਾਬ ਨੂੰ ਲੁੱਟਣ ਵਾਸਤੇ, ਉਹਦੇ ਕੋਲ ਫਾਈਲ ਪਈ, ਉਹਨੇ ਸਾਈਨ ਤੱਕ ਨਹੀਂ ਕੀਤੇ। ਕਿੰਨਾ ਕੁ ਹਤੇਸ਼ੀ ਹੋਏਗਾ ਸਿੱਖਾਂ ਦਾ, ਪੰਜਾਬ ਦਾ ਕਿੰਨਾ ਕੁ ਹਤੇਸ਼ੀ ਹੋਏਗਾ ਕਿ ਜਿਹੜੇ ਕੈਦੀ ਵਿਚਾਰੇ 40-40 ਸਾਲ ਦੇ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਨੂੰ ਸਾਡੀ ਪਾਰਟੀ ਤੇ ਛਡਾਉਣ ਲਈ ਜ਼ੋਰ ਲਾ ਰਹੀ ਹੈ। ਤੇ ਕੇਜਰੀਵਾਲ ਵਰਗੇ ਉੱਤੇ ਸਾਈਨ ਨਹੀਂ ਕਰ ਰਹੇ ਕਿਉਂਕਿ ਉਹਦੇ ਕੋਲ ਪਾਵਰ ਹੈ, ਤੇ ਪਾਵਰ ਨੂੰ ਮਿਸਯੂਜ਼ ਕਰ ਰਿਹਾ ਔਰ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਰਿਹਾ ਵਿਚਾਰਿਆਂ ਦੀ। ਸੋ ਉਹਨਾਂ ਦਾ ਤੇ ਪੱਤਾ ਬਿਲਕੁਲ ਹੀ ਸਾਫ਼ ਹੋ ਜਾਣਾ ਐਸੇ ਗੱਲ ਤੋਂ ਨਹੀਂ। ਦੂਜਾ, ਜਿੰਨੀਆਂ ਟਿਕਟਾਂ ਦੀ ਵੰਡ ਕੀਤੀ ਗਈ ਹੈ ਤੁਹਾਡੇ ਸਾਹਮਣੇ,
ਤੁਸੀਂ ਵੀ ਵੀਡੀਓ ਦੇਖੀ ਹੋਗੀ ਕਿ ਜਲੰਧਰ ਤੋਂ ਵੀਡੀਓ ਵਾਇਰਲ ਹੋਈ ਹੈ। ਇਹਨਾਂ ਦਾ ਜਿਹੜਾ ਰਾਘਵ ਚੱਡਾ ਇੰਚਾਰਜ ਲਾਇਆ ਪੰਜਾਬ ਦਾ, ਜਿਹੜਾ ਕਿ ਇਹਨੇ ਆਪਣਾ ਧਾਰਵੀ ਬਣਾ ਕੇ ਭੇਜਿਆ ਉੱਥੋਂ ਲੁੱਟਣ ਵਾਸਤੇ, ਉਹ ਪੈਸੇ ਲੈਂਦੇ ਕੈਂਡੀਡੇਟ ਬਦਲਿਆ ਗਿਆ, ਪਤਾ ਨਹੀਂ ਕੀ ਹੋਇਆ ਉੱਥੇ, ਉਹਨੂੰ ਲੋਕਾਂ ਨੇ ਕੁੱਟਿਆ ਉੱਥੇ ਜੀ, ਪੁਲਿਸ ਨੇ ਮਸਾ ਛਡਾਇਆ। ਤੇ ਕੀ ਉਸ ਪਾਰਟੀ ਨੂੰ ਤੁਸੀਂ ਆਸ ਰੱਖ ਸਕਦੇ ਹੋ ਕਿ ਉਹ ਪੰਜਾਬ ਦਾ ਭਲਾ ਕਰੇਗੀ? ਫਿਰ ਕੇਜਰੀਵਾਲ ਇੱਥੇ ਆਂਦਾ, ਜਦੋਂ ਵਾਪਸ ਜਾਂਦਾ ਤੇ ਉੱਥੇ ਜਾ ਕੇ ਸਟੇਟਮੈਂਟ ਦਿੰਦਾ ਹੈ ਕਿ ਜੇ ਸਾਡੀ ਸਰਕਾਰ ਪੰਜਾਬ 'ਚ ਬਣ ਜਾਂਦੀ ਹੈ ਤੇ ਪੰਜਾਬ ਦਾ ਪਾਣੀ ਦਿੱਲੀ ਲਿਆ ਕੇ ਦਿੱਲੀ 'ਚ ਪਾਣੀ ਦੀ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਜੀ। ਕੀ ਉਹ ਫਿਰ ਪੰਜਾਬ ਨੂੰ ਰੇਗਿਸਤਾਨ ਬਣਾਉਣਾ ਚਾਹੁੰਦਾ? ਇਹਦਾ ਮਤਲਬ ਉਹਨੂੰ ਦਿੱਲੀ ਨਾਲ ਪਿਆਰ ਹੈ, ਪੰਜਾਬ ਨਾਲ ਤਾਂ ਕੋਈ ਪਿਆਰ ਨਹੀਂ। ਪੰਜਾਬ ਨਾਲ ਜੇ ਹੈ ਤੇ ਸਿਰਫ ਉਹਨੂੰ ਲੁੱਟਣ ਵਾਸਤੇ, ਔਰ ਹੋ ਸਕਦਾ ਦਾ ਲੱਗ ਜੇ ਤੇ ਸਰਕਾਰ ਬਣਾ ਲਾ ਜੀ। ਸੋ ਉਹ ਪੰਜਾਬੀ ਜਿਹੜੇ ਨੇ ਬੜੇ ਸਿਆਣੇ ਨੇ, ਕਦੀ ਉਹਦਾ ਇਹ ਸੁਪਨਾ ਸਾਕਾਰ ਨਹੀਂ ਹੋਣ ਦੇਣਗੇ ਜੀ। ਆਖਰੀ ਸਵਾਲ, ਟਾਂਡੇ ਤੋਂ ਤੁਸੀਂ ਕਿਸ ਕੈਂਡੀਡੇਟ ਨੂੰ ਆਪਣਾ ਮੁਕਾਬਲਾ ਸਮਝਦੇ ਹੋ, ਤੁਹਾਡਾ ਉਸ ਦੇ ਨਾਲ ਮੁਕਾਬਲਾ ਹੈ? ਦੇਖੋ, ਕੈਂਡੀਡੇਟ ਤੇ ਅਸੀਂ ਅੱਜ ਦੀ ਡੇਟ 'ਚ 4 ਹੈਗੇ ਆ, ਹੋ ਸਕਦਾ ਕੱਲ ਨੂੰ ਕਿਸਾਨਾਂ ਵੱਲੋਂ ਵੀ ਕੋਈ ਆ ਜੇ, ਤੇ ਚਾਰਾਂ ਦੇ ਵਿੱਚੋਂ ਜਿਹੜਾ ਮੁਕਾਬਲਾ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਸਾਡੇ ਗੱਠਜੋੜ ਦਾ ਤੇ ਕਾਂਗਰਸ ਦਾ ਹੈ। ਬਾਕੀ ਕੋਈ ਮੁਕਾਬਲਾ ਨਹੀਂ ਹੈਗਾ, ਉਹ ਤੁਸੀਂ ਵੀ ਦੇਖ ਲੈਣਾ ਰਿਜ਼ਲਟ। ਔਰ ਉਸ ਮੁਕਾਬਲੇ ਦੇ ਵਿੱਚੋਂ ਮੈਂ ਜਿੱਤ ਪ੍ਰਾਪਤ ਕਰਕੇ ਬਾਹਰ ਆਵਾਂਗਾ, ਔਰ ਪੰਜਾਬ ਦੇ ਲੋਕ, ਆਪਣੇ ਹਲਕੇ ਦੇ ਲੋਕਾਂ ਦਾ, ਜਿੱਥੇ ਮੈਂ ਅੱਗੇ ਕਰਦਾ ਪਿਆ, ਜਦੋਂ ਮੈਂ ਸਰਕਾਰ ਦਾ ਹਿੱਸਾ ਬਣ ਜਾਗਾ ਤੇ ਮੈਂ ਉਹਨੂੰ ਹੋਰ ਵੱਧ ਚੜ ਕੇ ਸੇਵਾ ਕਰਾਂਗਾ। ਟਾਂਡੇ ਹਲਕੇ ਦੇ ਜਿਹੜੇ ਵੋਟਰ ਆ ਉਹਨਾਂ ਕੋਈ ਬੇਨਤੀ ਜਾਂ ਕੋਈ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਮੈਂ ਟਾਂਡੇ ਹਲਕੇ ਦੇ ਸਾਰੇ ਹੀ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਦੇਖੋ, ਤੁਸੀਂ ਬਹੁਤ ਸੰਤਾਪ ਚੱਲਿਆ ਪਿਛਲੇ 15-20 ਸਾਲ ਤੋਂ, ਸਾਡੇ ਹਲਕੇ ਨਾਲ ਬਹੁਤ ਬੇਨਿਆਈ ਹੋਈ ਹੈ। ਮੈਂ ਤੁਹਾਨੂੰ ਇੱਕ ਗੱਲ ਸੁਣਾਣਾ ਕਿ ਗੜਦੀ ਵਾਲਾ ਹਲਕਾ ਹੈ ਸਾਡਾ, ਕੰਸਟੀਚੁਐਂਸੀ ਦਾ ਇੱਕ ਸ਼ਹਿਰ ਹੈ ਜੀ, ਟਾਂਡੇ ਹਲਕੇ ਦੀ ਦਾ ਪਹਿਲੇ ਕੰਸਟੀਚੁਐਂਸੀ ਹੁੰਦੀ ਸੀ ਜੀ। ਉੱਥੇ ਦੇਖੋ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ, ਉੱਥੇ ਅਜੇ ਤੱਕ ਸਿਵਲ ਹਸਪੀਟਲ ਹੀ ਹੈ ਨਹੀਂ ਜੀ, ਔਰ 100 ਪਿੰਡ ਲੱਗਦਾ ਉਹਨੂੰ ਜੀ। ਇਸ ਤੋਂ ਵੱਧ ਹੋਰ ਤਰਸਾਦੀ ਕੀ ਹੋ ਸਕਦੀ ਸਾਡੇ ਲੋਕਾਂ ਦੀ ਕਿ ਇੰਨਾ ਏਰੀਆ ਹੋਵੇ, ਕੰਢੀ ਏਰੀਆ ਹੋਵੇ, ਜਿੱਥੇ ਆਵਾਜਾਈ ਦੀਆਂ ਸਹੂਲਤਾਂ ਸਾਰੀਆਂ, ਪਹਿਲੇ ਬੱਸਾਂ ਚੱਲਦੀਆਂ ਸੀ ਉਹ ਵੀ ਬੰਦ ਕਰਤੀਆਂ ਕਾਂਗਰਸ ਨੇ, ਤੇ ਉਹ ਲੋਕ ਗਰੀਬ ਲੋਕ ਨੇ, ਸੋਕੇ ਦੀ ਮਾਰ ਵੀ ਚੱਲਦੇ ਨੇ, ਅਵਾਰਾ ਪਸ਼ੂਆਂ ਦੀ ਮਾਰ ਵੀ ਚੱਲਦੇ ਨੇ, ਬਿਜਲੀ ਦੀ ਉੱਥੇ ਘਾਟ ਆ, ਟੈਲੀਫੋਨ ਉੱਥੇ ਨਹੀਂ ਚੱਲਦੇ, ਤੇ ਉਹਨਾਂ ਲੋਕਾਂ ਲਈ ਸਿਹਤ ਸਹੂਲਤ ਵੀ ਕੋਈ ਨਹੀਂ, ਤੇ ਉਹ ਲੋਕ ਕਿਵੇਂ ਇਹਨਾਂ ਨੂੰ ਵੋਟਾਂ ਪਾਣਗੇ? ਉਹਨਾਂ ਲੋਕਾਂ ਨੂੰ ਜੇ ਆਸ ਹੈ ਤੇ ਸਿਰਫ ਮੇਰੇ ਕੋਲੋਂ ਆਸ ਹੈ ਕਿ ਮੈਂ ਇੱਕ ਇਹੋ ਜਿਹਾ ਇਨਸਾਨ ਨਾਲ ਵਾਅਦਾ ਕੀਤਾ ਹੈ, ਤੁਹਾਡੇ ਚੈਨਲ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਿੱਤ ਜਾਣਾ। ਅਗਰ ਉੱਥੇ ਸਿਵਲ ਹਸਪੀਟਲ ਸਰਕਾਰ ਕੋਲ ਨਾ ਬਣਵਾ ਸਕਿਆ ਤੇ ਮੇਰਾ ਇਹ ਐਫੀਡੇਵਿਟ ਹੈ ਕਿ ਮੈਂ ਆਪਣੇ ਕੋਲ ਬਣਵਾ ਕੇ ਦਿਆਂਗਾ, ਭਾਵੇਂ ਜਿੰਨਾ ਮਰਜ਼ੀ ਪੈਸਾ ਲੱਗ ਜਾਏ, ਮੇਰਾ ਇਹ ਮੇਰਾ ਵਾਅਦਾ ਹੈ ਜੀ। ਤੇ ਲੋਕ ਕਿਵੇਂ ਨਹੀਂ ਵੋਟਾਂ ਪਾਣਗੇ? ਮੈਂ ਕੋਈ ਰਿਸ਼ਵਤ ਨਹੀਂ ਦੇ ਰਿਹਾ, ਮੈਂ ਉਹਨਾਂ ਦੀ ਸਹੂਲਤ ਵਾਸਤੇ ਗੱਲ ਕਰ ਰਿਹਾ ਕਿ ਉਹਨਾਂ ਲੋਕਾਂ ਦੀ ਹੈਲਥ ਸਹੂਲਤ ਬਹੁਤ ਜ਼ਰੂਰੀ ਹੈ। ਬੱਸਾਂ ਚਾਲੂ ਕਰਾਈਆਂ ਜਾਣਗੀਆਂ ਉੱਥੇ। ਇਸੇ ਤਰ੍ਹਾਂ ਟਾਂਡੇ ਹਲਕੇ ਦੇ ਵਿੱਚ ਜਿੰਨੇ ਗਰੀਬ ਲੋਕ ਨੇ, ਉਹਨਾਂ ਦੀ ਪੜ੍ਹਾਈ ਜਿਹੜੀ ਹੈ, ਉਹਨਾਂ ਦੇ ਬੱਚਿਆਂ ਦੀ, ਉਹ ਕੰਪਲਸਰੀ ਕਰਾਈ ਜਾਏਗੀ, ਪਹਿਲੀ ਤੋਂ ਲੈ ਕੇ 10ਵੀਂ ਤੱਕ ਜੀ। ਤੇ ਉਹਨਾਂ ਦੀਆਂ ਕਿਤਾਬਾਂ, ਕਾਪੀਆਂ, ਸਕੂਲਾਂ ਦੀ ਫੀਸ ਜਿਹੜੀ ਹੈ ਉਹ ਸਰਕਾਰ ਪੇ ਕਰੇਗੀ। ਉਹਨਾਂ ਨੂੰ ਘਰੋਂ ਲਿਆਉਣ ਦਾ, ਘਰ ਛੱਡਣ ਦਾ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ। ਇਹੋ ਜਿਹੀਆਂ ਸਹੂਲਤਾਂ ਜਦੋਂ ਲੋਕਾਂ ਨੂੰ ਮਿਲਣਗੀਆਂ ਤੇ ਜਿਹੜੀਆਂ ਮੈਂ ਪਹਿਲੇ ਹੀ ਸਗਨ ਸਕੀਮ ਤੇ ਬਿਮਾਰਾਂ ਦੇ ਇਲਾਜ ਲਈ ਸੇਵਾ ਕਰ ਰਿਹਾ, ਉਹ ਮੇਰੀਆਂ ਚੱਲਦੀਆਂ ਰਹਿਣਗੀਆਂ। ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇਹਦੇ ਚ ਹੋਰ ਵਾਧਾ ਕਰਾਂ ਤਾਂ ਕਿ ਮੇਰੇ ਹਲਕੇ ਦੇ ਲੋਕ ਜਿਹੜੇ ਨੇ ਉਹ ਸੁਖੀ ਮਹਿਸੂਸ ਕਰ ਸਕਣ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਾਰਿਆਂ ਦਾ। ਤੁਸੀਂ ਦੇਖ ਰਹੇ ਸੀ ਕੌਣ ਬਣੇਗਾ ਐਮਐਲਏ ਪ੍ਰੋਗਰਾਮ। ਆਪਣੇ ਕੀਮਤੀ ਵਿਚਾਰ ਸਾਨੂੰ ਜ਼ਰੂਰ ਭੇਜਿਓ। ਮੈਂ ਗੁਰਪ੍ਰੀਤ ਸਿੰਘ, ਕੈਮਰਾਮੈਨ ਪਰਮਿੰਦਰ ਦੇ ਨਾਲ। ਧੰਨਵਾਦ।